ਹੁਣ ਜੇ ਤੁਸੀਂ ਨਾਵਲ ਦੇ ਵਿੱਚ ਜਿੰਨੇ ਕੁਦਰਤ ਦੇ ਅੰਗ ਨੇ ਉਹ ਸਾਰੇ ਕੂਕ ਰਹੇ ਨੇ ਵੀ ਮਨੁੱਖ ਸਾਡੇ ਨਾਲ ਬੇਦਰਦ ਵਾਲਾ ਰੋਲ ਨਿਭਾ। ਮੈਂ ਮੌਤ ਕਿਉਂ ਲਿਖਿਆ ਵੀ ਕੁਦਰਤ ਨੇ ਜਾਂ ਪ੍ਰਮਾਤਮਾ ਨੇ ਧਰਤੀ ਨੂੰ ਸਵਰਗ ਦਾ ਰੂਪ ਦਿੱਤਾ ਸੀ, ਮਨੁੱਖ ਨੇ ਆਪਣੀਆਂ ਖੁਦਗਰਜ਼ੀਆਂ ਨਾਲ ਇਹਨੂੰ ਨਰਕ ਦਾ ਰੂਪ ਦੇ ਦਿੱਤਾ। ਪਿਛਲੇ ਸਾਲ ਉਹਨਾਂ ਦਾ 2019 ਦੇ ਵਿੱਚ ਇੱਕ ਨਾਵਲ ਰਿਲੀਜ਼ ਹੋਇਆ ਸੀ ਸਵਰਗ ਦੀ ਮੌਤ। ਮੈਂ ਸਮਝਦਾ ਵੀ ਮਨੁੱਖ ਜਾਤੀ ਦੇ ਲਈ ਇਹ ਨਾਵਲ ਇੱਕ ਕੁਦਰਤ ਦੀ ਬੈਲੈਂਸ ਨੂੰ ਬਣਾਉਣ ਲਈ ਇੱਕ ਬਾਈਬਲ ਦੀ ਤਰ੍ਹਾਂ ਕੰਮ ਕਰਦਾ, ਧਾਰਮਿਕ ਪੁਸਤਕ ਦੀ ਤਰ੍ਹਾਂ ਵੀ ਮਨੁੱਖ ਨੂੰ ਹੋਸ਼ ਆ ਜਾਵੇ, ਸੂਝ ਆ ਜਾਵੇ, ਸਰਕਾਰਾਂ ਨੂੰ ਆ ਜਾਵੇ। ਸਾਰੇ ਦੇ ਵਿੱਚ ਲਿਖਾ GDP ਕਿਹੜੀ GDP? ਇਹ ਅਖੀਰ ਦੇ ਵਿੱਚ ਇਹ ਫੁਰਨਾ ਨੂੰ ਕਿਵੇਂ ਫੁਰਿਆ, ਉਹਨਾਂ ਨੇ ਕੁੱਜੇ ਦੇ ਵਿੱਚ ਸਮੁੰਦਰ ਕਿਵੇਂ ਬੰਦ ਕਰਤਾ। ਦੇਖੋ ਨਰਕ ਉਹਦਾ ਐਂਡਾ ਵੀ ਸਵਰਗ ਦੀ ਮੌਤ, ਇਸ ਕਰਕੇ ਸਵਰਗ ਦੀ ਮੌਤ। ਲੋਕ ਖੁਦਗਰਜ਼ੀ ਵੱਲ ਵੱਧ ਰਹੇ ਨੇ, ਰਿਸ਼ਤੇ ਟੁੱਟ ਰਹੇ ਨੇ, ਕੁਦਰਤ ਤੋਂ ਦੂਰ ਹਟ ਰਹੇ ਨੇ। ਹੁਣ ਜਦੋਂ ਇਹੋ ਜਿਹੇ ਰਸਤੇ ਤੁਰਦੇ ਆ ਫਿਰ ਉਹਦਾ ਐਂਡ ਕੀ ਆ? ਪਬਲਿਕ ਨੂੰ ਇਹ ਨਹੀਂ ਪਤਾ ਵੀ ਸਾਡੀ ਜਿਹੜੀ ਦਿਸ਼ਾ ਕੀ ਆ, ਵੀ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਪਾਸੇ ਨੂੰ ਜਾ ਰਹੇ ਹਾਂ ਕਿ ਨਹੀਂ, ਸਾਨੂੰ ਕਰਨਾ ਚਾਹੀਦਾ ਕਿ ਨਹੀਂ। ਹੁਣ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਵਾਚਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਕੀ ਕਰਨਾ ਚਾਹੀਦਾ। ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਸਾਡੀ ਮਨੁੱਖ ਜਾਤੀ ਦਾ ਰੂਟ ਕੀ ਆ, ਇਹਦਾ ਐਂਡ ਪੁਆਇੰਟ ਕੀ ਆ, ਜਾ ਕਿੱਥੇ ਨੂੰ ਰਿਹਾ। ਤੁਸੀਂ ਤਰੱਕੀ ਕਰੀ ਜਾਂਦੇ ਹੋ, ਮੈਨੂੰ ਇਹ ਤਾਂ ਦੱਸ ਦਿਓ ਜਾਣਾ ਕਿੱਥੇ ਆ। ਮੈਨੂੰ ਇੱਕ ਮਨੁੱਖ ਦੀ ਇੱਥੇ ਬੇਅਕਲੀ ਦੀ ਅਕਲ ਨਹੀਂ ਆ ਰਹੀ ਵੀ ਮੈਨੂੰ ਇਹ ਤਾਂ ਦੇਖ ਨਹੀਂ ਦੇ ਵੀ ਐਸ ਕਿਹੜੀ ਚੀਜ਼ ਨੂੰ ਕਹਿੰਦਾ। ਨਸ਼ੇ ਖਾਣ ਨੂੰ ਐਸ ਕਹਿ ਰਿਹਾ, ਗਲਤ ਕੰਨਾਂ ਸਮਾਜ ਦੇ ਵਿੱਚ ਫੈਲਾਉਣ ਨੂੰ ਐਸ ਕਹਿ ਰਿਹਾ, ਦੂਜੇ ਤੇ ਜ਼ੁਲਮ ਕਰਨ ਨੂੰ ਐਸ ਕਹਿ ਰਿਹਾ। ਇਹ ਜਿਹੜੇ ਹਸਪਤਾਲਾਂ ਤੋਂ ਬਾਹਰ ਇੱਕ ਵੱਡਾ ਹਸਪੀਟਲ ਬਣ ਚੁੱਕਿਆ ਹੈ, ਸਾਰੀ ਧਰਤੀ ਇੱਕ ਹਸਪੀਟਲ ਬਣ ਚੁੱਕੀ ਹੈ। ਹੁਣ ਮੈਨੂੰ ਦੱਸੋ ਇਸ ਤੋਂ ਬਾਅਦ ਕਿੱਥੇ ਜਾਣਗੇ? ਨਹੀਂ, ਜਿਵੇਂ ਅਕਸਰ ਇਹੀ ਹਾਲੀਵੁੱਡ ਦੀ ਫਿਲਮਾਂ 'ਚ ਦੇਖਿਆ ਜਾਂਦਾ, ਜਿਵੇਂ ਤੁਸੀਂ ਇਨਸਾਨ ਦੇ ਬਿਮਾਰ ਹੋਣ ਦੀਆਂ, ਬਿਮਾਰੀਆਂ 'ਤੇ ਜਕੜ ਜਾਣ ਦੀਆਂ ਅਤੇ ਵਾਤਾਵਰਨ ਦੀ ਗੱਲ ਕੀਤੀ, ਇਸ ਤੋਂ ਕੋਈ ਅਲੱਗ ਵੀ ਅੱਗੇ ਜਾ ਕੇ ਵੀ ਜੇਕਰ ਇੱਦਾਂ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਧਰਤੀ 'ਤੇ ਆਹ ਕੁਛ ਹੋਊਗਾ। ਜਿਹੋ ਜਿਹਾ ਗੰਦ ਸਿੱਟੋ ਉਹੋ ਜਿਹੀ ਬਦਬੂ ਪੈਦਾ। ਹੁਣ ਮਨੁੱਖ ਜਾਤੀ ਦਾ ਫੈਲਾਅ ਇੰਨਾ ਹੋ ਰਿਹਾ, ਮਨੁੱਖ ਜਾਤੀ ਇੰਨੀ ਫੈਲ ਰਹੀ ਆ, ਮਨੁੱਖ ਜਾਤੀ ਇੰਨੀ ਕਮਜ਼ੋਰ ਹੋ ਰਹੀ ਆ, ਮਨੁੱਖ ਜਾਤੀ ਬਿਮਾਰੀਆਂ ਦਾ ਟਾਕਰਾ ਕਰਨ ਜੋਗੀ ਦੀ ਬੋਡੀ ਨਹੀਂ ਰਹਿੰਦੀ। ਆਹ ਜਿਹੋ ਜਿਹੀਆਂ ਧਰਤੀਆਂ ਪੈਦਾ ਹੋਈਆਂ ਨੇ, ਨਸ਼ਟ ਹੋਈਆਂ ਨੇ, ਇਹ ਲੱਖਾਂ ਕਰੋੜਾਂ ਸਾਲ ਪਹਿਲਾਂ ਪਤਾ ਨਹੀਂ ਇਹੋ ਜਿਹੀਆਂ ਧਰਤੀਆਂ ਧਰਤੀ 'ਤੇ ਕਿੰਨੀਆਂ ਨੇ, ਇਸ ਬ੍ਰਹਿਮੰਡ 'ਚ ਕਿੰਨੀਆਂ ਨਸ਼ਟ ਹੋ ਚੁੱਕੀਆਂ। ਇਹਨੂੰ ਮਨੁੱਖ ਨੂੰ ਲੱਗਦਾ ਵੀ ਅਸੀਂ ਇੱਕ ਨਵੇਂ ਯੁੱਗ 'ਚ ਆਏ। ਇਹ ਕੁਦਰਤ ਦੇ ਨਿਯਮਾਂ ਤਾਂ ਇੱਕ ਸਕਿੰਟ ਦੇ ਬਰਾਬਰ, ਇੱਕ ਮਿੰਟ ਦੇ ਬਰਾਬਰ ਵੀ ਇਹਦੀ ਉਮਰ। ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੀਂ ਸ਼ਖਸੀਅਤ, ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹੁੰਦੇ ਹਾਂ। ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਸਾਹਿਤ ਨਾਲ ਸੰਬੰਧਿਤ ਸ਼ਖਸੀਅਤ ਦੀ। ਦੋਸਤੋ, ਬੜੇ ਉਹ ਘੱਟ ਲੋਕ ਹੁੰਦੇ ਨੇ ਜਿਹੜੇ ਸਿਆਸੀ ਵੀ ਹੁੰਦੇ ਅਤੇ ਨਾਲ ਸਾਹਿਤਕ ਵੀ ਹੁੰਦੇ ਨੇ। ਅੱਜ ਅਸੀਂ ਗੱਲ ਕਰਾਂਗੇ ਸਰਦਾਰ ਜਸਵੰਤ ਸਿੰਘ ਗੱਜਣ ਮਾਜਰਾ ਦੀ। ਜਸਵੰਤ ਸਿੰਘ ਗੱਜਣ ਮਾਜਰਾ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਪਿਛਲੇ ਸਾਲ ਉਹਨਾਂ ਦਾ 2019 ਦੇ ਵਿੱਚ ਇੱਕ ਨਾਵਲ ਰਿਲੀਜ਼ ਹੋਇਆ ਸੀ ਸਵਰਗ ਦੀ ਮੌਤ, ਜਿਨ੍ਹਾਂ 'ਤੇ ਅਖਬਾਰਾਂ ਨੇ ਬੜੇ ਵਧੀਆ ਤਰੀਕੇ ਨਾਲ ਰਿਵਿਊ ਕੀਤਾ ਉਹਨਾਂ ਦਾ, ਅਤੇ ਪੰਜਾਬ ਦੇ ਵੱਡੇ ਪੱਤਰਕਾਰਾਂ ਨੇ ਆਪਣਾ ਰਿਵਿਊ ਦਿੱਤਾ ਉਸ ਨਾਵਲ 'ਤੇ। ਤਾਂ ਮੈਨੂੰ ਵੀ ਮੇਰੇ ਇੱਕ ਦੋਸਤ ਨੇ ਇਹ ਨਾਵਲ ਪੜ੍ਹਨ ਲਈ ਦਿੱਤਾ ਕਿ ਜਦੋਂ ਮੈਂ ਇਹ ਨਾਵਲ ਪੜ੍ਹਿਆ ਤਾਂ ਮੈਨੂੰ ਵੀ ਜਿਗਿਆਸਾ ਪੈਦਾ ਹੋਈ ਕਿ ਜਦੋਂ ਨਾਵਲ ਪੜ੍ਹਦੇ ਤੁਸੀਂ ਪੜ੍ਹਦੇ ਲਗਾਤਾਰ ਪੜ੍ਹਦੇ ਰਹਿੰਦੇ ਹੋ ਤਾਂ ਤੁਹਾਨੂੰ ਅਗਲੇ ਪੇਜ 'ਤੇ ਜਾ ਕੇ ਹੁੰਦਾ ਕਿ ਯਾਰ ਅੱਗੇ ਕੀ ਹੋਊਗਾ। ਤਾਂ ਪੰਜਾਬ ਦੇ ਵੱਡੇ ਲੇਖਕਾਂ ਨੇ ਵੀ ਇਸ ਬਾਰੇ ਲਿਖਿਆ, ਇਸ ਬਾਰੇ ਬੋਲਿਆ। ਤਾਂ ਮੇਰੇ ਮਨ 'ਚ ਬੜੇ ਚਿਰ ਦੀ ਤਮੰਨਾ ਸੀ ਇਹ ਕਿ ਸਰਦਾਰ ਜਸਵੰਤ ਸਿੰਘ ਗੱਜਣ ਮਾਜਰਾ ਨਾਲ ਗੱਲ ਕੀਤੀ ਜਾਵੇ ਕਿ ਅਖੀਰ ਦੇ ਵਿੱਚ ਇਹ ਫੁਰਨਾ ਨੂੰ ਕਿਵੇਂ ਫੁਰਿਆ, ਉਹਨਾਂ ਨੇ ਕੁੱਜੇ ਦੇ ਵਿੱਚ ਸਮੁੰਦਰ ਕਿਵੇਂ ਬੰਦ ਕਰਤਾ। ਤਾਂ ਅੱਜ ਇਹ ਸਬੱਬ ਬਣਿਆ ਪਟਿਆਲਾ ਦੀ ਧਰਤੀ 'ਤੇ, ਸ਼ਾਹੀ ਸ਼ਹਿਰ। ਆਓ ਗੱਲ ਕਰਦੇ ਹਾਂ ਸਰਦਾਰ ਜਸਵੰਤ ਸਿੰਘ ਗੱਜਣ ਮਾਜਰਾ ਨਾਲ। ਗੱਜਣ ਮਾਜਰਾ ਸਾਹਿਬ, ਤੁਹਾਡਾ ਸਵਾਗਤ ਹੈ। ਮੈਂ ਗਲੋਬਲ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੱਜਣ ਮਾਜਰਾ ਸਾਹਿਬ ਬੜੇ ਉਹ ਘੱਟ ਲੋਕ ਹੁੰਦੇ ਨੇ ਜਿਹੜੇ ਸਿਆਸੀ ਵੀ ਹੁੰਦੇ ਨੇ, ਸਾਹਿਤਕ ਵੀ ਹੁੰਦੇ ਨੇ, ਬਿਜ਼ਨਸਮੈਨ ਵੀ ਹੁੰਦੇ ਨੇ ਤੇ ਲੇਖਕ ਵੀ ਹੁੰਦੇ ਨੇ। ਉਸ ਤੋਂ ਇਲਾਵਾ ਸਮਾਜ ਦੇ ਵਿੱਚ ਬਣਦਾ ਆਪਣਾ ਸੇਵਾ ਦਾ ਯੋਗਦਾਨ ਪ੍ਰੋਪਰਲੀ ਉਹ ਕਰਦੇ ਨੇ। ਤਾਂ ਅੱਜ ਮੈਨੂੰ ਦੱਸੋ ਕਿ ਮੈਂ ਕਿਹੜੀ ਸ਼ਖਸੀਅਤ ਨਾਲ ਗੱਲ ਕਰਾਂ? ਸਿਆਸਤਦਾਨ ਨਾਲ ਗੱਲ ਕਰਾਂ, ਇੱਕ ਸੇਵਾ ਤੌਰ ਤੇ ਵਿਚਰਨ ਵਾਲੇ, ਲੋਕਾਂ 'ਚ ਵਿਚਰਨ ਵਾਲੇ ਸ਼ਖਸੀਅਤ ਨਾਲ ਗੱਲ ਕਰਾਂ, ਜਾਂ ਇੱਕ ਲੇਖਕ ਨਾਲ ਗੱਲ ਕਰਾਂ? ਦੇਖੋ, ਜਦੋਂ ਸਮਾਜ ਦੇ ਵਿੱਚ ਤੁਸੀਂ ਸੁਚੇਤ ਸਿਟੀਜ਼ਨ ਹੋ, ਤੁਸੀਂ ਲੋਕਾਂ ਦੇ ਦਰਦ ਨੂੰ ਸਮਝਦੇ ਹੋ, ਤਾਂ ਉਸ ਸਮੇਂ ਤੁਹਾਡੇ ਵਿੱਚ ਬਹੁਤ ਸਾਰੇ ਦਰਦ ਹੁੰਦੇ ਨੇ। ਉਹਨਾਂ ਜਿਹੜਾ ਲੋਕਾਂ ਦੇ ਦਰਦ ਨੂੰ ਸਮਝਦਾ, ਉਹਦੇ ਵਿੱਚ ਬਹੁਤ ਸਾਰੇ ਕਰੈਕਟਰ ਹੁੰਦੇ ਨੇ। ਉਹਨੂੰ ਕਿਤੇ ਮਾਂ ਦਾ ਰੋਲ ਨਿਭਾਉਣਾ ਪੈਂਦਾ, ਕਿਤੇ ਬਾਪ ਦਾ ਰੋਲ, ਕਿਤੇ ਭਰਾ ਦਾ ਰੋਲ ਆ, ਕਿਤੇ ਪੁੱਤ ਦਾ ਰੋਲ ਨਿਭਾਉਣਾ ਪੈਂਦਾ, ਕਿਤੇ ਉਸ ਨੂੰ ਕਿਸੇ ਫਿਲੋਸਫਰ ਵਾਂਗ ਵੀ ਰੋਲ ਨਿਭਾਉਣਾ ਪੈਂਦਾ। ਜਦੋਂ ਕੋਈ ਇਨਸਾਨ ਖੁਦ ਆਤਮ ਚੀਨੀਏ ਪਰਮਾਤਮਾ ਸੋਈ, ਬੰਦਾ ਆਪਣੇ ਆਪ ਨੂੰ ਪਹਿਚਾਣਦਾ, ਤਾਂ ਉਹਦੇ ਵਿੱਚੋਂ ਬਹੁਤ ਸਾਰਾ ਕੁਝ ਲੁਕਿਆ ਹੁੰਦਾ। ਜੇ ਉਸ ਨੂੰ ਤੁਸੀਂ ਪਹਿਚਾਣਦੇ ਹੋ, ਮੈਂ ਸਮਝਦਾ ਵੀ ਧਰਤੀ 'ਤੇ ਹਰ ਇਨਸਾਨ ਵਿੱਚ ਬੇਅੰਤ ਗੁਣ ਹੁੰਦੇ ਆ। ਉਹਨਾਂ ਗੁਣਾਂ ਨੂੰ ਪ੍ਰਗਟਾਵਾ ਕਰਨ ਨੂੰ ਬਹੁਤ ਸਾਰੇ ਲੋਕਾਂ ਨੂੰ ਮੌਕੇ ਨਹੀਂ ਮਿਲਦੇ। ਜੇ ਕਿਤੇ ਉਹਨਾਂ ਦੇ ਗੁਣ ਦੱਬੇ ਰਹਿੰਦੇ ਨੇ। ਕਈ ਇੰਨੇ ਉੱਚ ਕੁਆਲਿਟੀ ਦੇ ਲੋਕਾਂ ਨੂੰ ਮੈਂ ਸਮਾਜ ਦੇ ਵਿੱਚ ਜਾਣਦਾ, ਮੈਂ ਦੇਖ ਕੇ ਉਹਨਾਂ ਵੱਲ ਦੇਖਦਾ ਵੀ ਮੈਨੂੰ ਅਫਸੋਸ ਹੁੰਦਾ ਵੀ ਜੇ ਕਿਸੇ ਲੋਕ ਕਿਸੇ ਪਲੇਟਫਾਰਮ ਦਿੰਦੇ ਤਾਂ ਦੁਨੀਆ ਦੇ ਵਿੱਚ ਇਹਨਾਂ ਦਾ ਵੀ ਇੱਕ ਵੱਡਾ ਨਾਂ ਹੁੰਦਾ। ਇਸ ਕਰਕੇ ਅਸੀਂ ਤਾਂ ਸੇਵਾਦਾਰ ਹਾਂ। ਸੇਵਾਦਾਰ ਦੇ ਵਿੱਚ ਤੁਸੀਂ ਸੰਗਤ ਨੇ, ਪਬਲਿਕ ਨੇ ਦੇਖਣਾ ਹੁੰਦਾ ਵੀ ਇਹ ਕਿਹੜਾ ਰੋਲ ਕਿਹੋ ਜਿਹਾ ਨਿਭਾ ਰਹੇ ਨੇ। ਤੁਸੀਂ ਜਿਹੜਾ ਰੋਲ ਤੁਹਾਨੂੰ ਚੰਗਾ ਲੱਗਦਾ, ਤੁਸੀਂ ਉਸ ਰੋਲ ਦੇ ਨਾਲ ਗੱਲ ਕਰ ਸਕਦੇ ਹੋ। ਗੱਜਣ ਮਾਜਰਾ ਸਾਹਿਬ, ਜੇ ਆਪਾਂ ਨਾਵਲ ਦੀ ਗੱਲ ਕੀਤੀ ਹੈ, ਨਾਵਲ ਦਾ ਨਾਂ ਹੈ ਸਵਰਗ ਦੀ ਮੌਤ। ਜਦੋਂ ਇਸ ਨਾਵਲ ਨੂੰ ਪੜ੍ਹਦੇ ਹਾਂ ਤਾਂ ਪੜ੍ਹਦੇ ਹੋਏ ਬੰਦੇ ਨੂੰ ਇਹ ਮਹਿਸੂਸ ਹੁੰਦਾ, ਯਾਰ ਹੁਣ ਅੱਗੇ ਕੀ ਹੋਊਗਾ, ਇਸ ਤੋਂ ਅੱਗੇ ਚੱਲ ਕੇ ਇਸ ਦੇ ਅੱਗੇ ਕੀ ਹੈ। ਤਾਂ ਫਿਰ ਤੁਸੀਂ ਜਿਵੇਂ ਇਹ ਵਾਤਾਵਰਣ 'ਤੇ ਲਿਖਿਆ, ਇਨਸਾਨ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ, ਉਹਦਾ ਜ਼ਿਕਰ ਕੀਤਾ, ਅਤੇ ਹੋਰ ਤੁਸੀਂ ਕੁਦਰਤ ਦੇ ਵੱਖ-ਵੱਖ ਥਾਵਾਂ ਉੱਤੇ ਵੱਖ-ਵੱਖ ਪੁਆਇੰਟਾਂ ਦਾ ਜ਼ਿਕਰ ਕੀਤਾ। ਇਹ ਤੁਹਾਨੂੰ ਫੁਰਨਾ ਕਿਵੇਂ ਫੁਰਿਆ? ਤੁਸੀਂ ਕੁਝ ਤਾਂ ਸਮੁੰਦਰ ਕਿਵੇਂ ਬੰਦ ਕਰਤਾ? ਦੇਖੋ, ਤੁਸੀਂ ਸ਼ਹਿਰ ਨੂੰ, ਸਮਾਜ ਨੂੰ ਵੇਖਦੇ ਹੋ, ਅਤੇ ਮੈਂ ਕਈ ਸਾਲਾਂ ਤੋਂ ਮਤਲਬ ਇਸ ਤਰ੍ਹਾਂ ਦਾ ਫੀਲ ਕਰ ਰਿਹਾ ਵੀ ਸਮੁੱਚੀ ਮਨੁੱਖ ਜਾਤੀ ਇੱਕ ਬਹੁਤ ਵੱਡੇ ਮਾਨਸਿਕ ਰੋਗ ਦੇ ਵਿੱਚ ਗ੍ਰਸਤ ਹੋ ਚੁੱਕੀ ਆ। ਸਮੁੱਚੀ ਮਨੁੱਖ ਜਾਤੀ। ਹੁਣ ਜੇ ਆਪਾਂ ਸਾਰੇ ਰੋਗੀ ਹੋਵਾਂਗੇ, ਤੁਹਾਨੂੰ ਕੀ ਪਤਾ ਲੱਗੂ ਵੀ ਤੁਸੀਂ ਬਿਮਾਰ ਹੋ ਕਿ ਮੈਂ ਬਿਮਾਰ ਹਾਂ? ਇਲਾਜ ਤਾਂ ਜਦੋਂ ਹੋਊਗਾ ਨਾ, ਜਦੋਂ ਕੋਈ ਤੰਦਰੁਸਤ ਆਊਗਾ। ਹੁਣ ਕਮਰਸ਼ੀਅਲ ਲਾਈਫ ਹੋ ਰਹੀ ਆ, ਲੋਕ ਖੁਦਗਰਜੀ ਵੱਲ ਵੱਧ ਰਹੇ ਨੇ, ਰਿਸ਼ਤੇ ਟੁੱਟ ਰਹੇ ਨੇ, ਕੁਦਰਤ ਤੋਂ ਦੂਰ ਹਟ ਰਹੇ ਨੇ। ਹੁਣ ਜਦੋਂ ਇਹੋ ਜਿਹੇ ਰਸਤੇ ਤੁਰਦੇ ਆ, ਫਿਰ ਉਹਦਾ ਐਂਡ ਕੀ ਆ? ਪਬਲਿਕ ਨੂੰ ਇਹ ਨਹੀਂ ਪਤਾ ਵੀ ਸਾਡੀ ਜਿਹੜੀ ਦਿਸ਼ਾ ਕੀ ਆ, ਵੀ ਜੋ ਅਸੀਂ ਕਰ ਰਹੇ ਹਾਂ ਉਹ ਠੀਕ ਪਾਸੇ ਨੂੰ ਜਾ ਰਹੇ ਹਾਂ ਕਿ ਨਹੀਂ, ਸਾਨੂੰ ਕਰਨਾ ਚਾਹੀਦਾ ਕਿ ਨਹੀਂ। ਹੁਣ ਜਦੋਂ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਵਾਚਦੇ ਹੋ, ਤੁਹਾਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਕੀ ਕਰਨਾ ਚਾਹੀਦਾ। ਹੁਣ ਜਦੋਂ ਮੇਰੇ ਨਾਲ ਕੋਈ ਬੰਦਾ ਵਿਹਲਾ ਬੈਠ ਕੇ ਕਿਤੇ ਮੈਂ ਗੱਲ ਕਰਦਾ, ਮੈਂ ਇੱਕ ਗੱਲ ਦੇਖਦਾ ਹੁੰਦਾ ਵੀ ਇਹ ਇਨਸਾਨ ਦੇ ਵਿੱਚ ਮਨ ਆ, ਜਿਹੜਾ ਦਿਮਾਗ ਹੈ ਇਹਦਾ, ਤੰਦਰੁਸਤ ਮਾਈਂਡ ਕਿੰਨਾ ਗਾ। ਫਰਸਟ੍ਰੇਸ਼ਨ ਬੰਦੇ ਦੇ ਵਿੱਚੋਂ ਪਤਾ ਲੱਗ ਜਾਂਦਾ ਵੀ ਇਹ ਕੋਈ ਬੇਰੁਜ਼ਗਾਰੀ ਦਾ ਤੰਗ ਹੋਇਆ ਪਿਆ, ਪਰਿਵਾਰ ਦਾ ਤੰਗ ਹੋਇਆ, ਸਮਾਜ ਦੇ ਕਿਸੇ ਅੰਗ ਦਾ ਤੰਗ ਆ, ਜਾਂ ਇਹਦੀਆਂ ਖੁਆਇਸ਼ਾਂ ਬਹੁਤ ਵੱਡੀਆਂ ਨੇ, ਜਾਂ ਇਹ ਕਿਸੇ ਹੋਰ ਸੁਪਨਿਆਂ ਦੀ ਜ਼ਿੰਦਗੀ 'ਚ ਜਿਉਂ ਰਿਹਾ, ਜਾਂ ਇਸ ਨੂੰ ਉਸ ਪਾਸੇ ਨੂੰ ਦਿਸ਼ਾ ਨੂੰ ਜਾਂਦਾ ਕਿ ਨਹੀਂ ਜਾਂਦਾ। ਮੈਨੂੰ ਕਦੇ ਕਿਸੇ 'ਤੇ ਗੱਲ 'ਤੇ ਮੈਂ ਕਿਸੇ ਨੂੰ ਮਾੜਾ ਨਹੀਂ ਸਮਝਦਾ ਹੁੰਦਾ। ਮੈਂ ਫਿਰ ਉਸ ਲੈਵਲ 'ਤੇ ਬੰਦੇ ਦੇ ਨਾਲ ਮਨ ਦੀ ਗੱਲ ਕਰਦਾ, ਜੇ ਇਸ ਲੈਵਲ 'ਤੇ ਉਹਦੀ ਮਨ ਦੀ ਤੰਦਰੁਸਤੀ ਖੜੀ ਹੁੰਦੀ ਆ। ਉਹ ਜਿਹੜੀ ਤੰਦਰੁਸਤੀ ਗੱਲ ਆ, ਉਹ ਪਤਾ ਵੀ ਤੁਹਾਨੂੰ ਜਦ ਲੱਗਦਾ ਜੇ ਤੁਸੀਂ ਉਹਨਾਂ ਦਿਸ਼ਾਵਾਂ ਦੇ ਵਿੱਚੋਂ ਉਹਦੇ ਘੋਖ ਕੀਤਾ ਹੋਵੇ। ਹੁਣ ਤੁਸੀਂ ਸਮਾਜ ਦੇ ਵਿੱਚ ਲਿਖਤਾਂ, ਨਾਵਲ, ਕਿਤਾਬਾਂ ਬਹੁਤ ਲਿਖੀਆਂ ਜਾਂਦੀਆਂ ਨੇ, ਕੁਦਰਤ ਪ੍ਰੇਮੀ ਵੀ ਦੁਨੀਆ ਦੇ ਵਿੱਚ ਬਥੇਰੇ ਨੇ। ਹੁਣ ਮੈਨੂੰ ਇਹ ਨਾਵਲ ਲਿਖਣ ਦੇ ਵਿੱਚ, ਮੈਂ ਦੁਬਈ ਨੂੰ UK ਜਾਣਾ ਸੀ ਮੇਰੀ ਬੇਟੀ ਕੋਲੇ, ਮੈਂ ਦੁਬਈ ਰੁਕ ਗਿਆ। ਮੈਂ ਵਿਹਲੀ ਸੀਗਾ, ਕਮਰੇ 'ਚ ਬੈਠਾ, ਮੇਰੇ ਮਨ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼, ਸਰਬੱਤ ਦਾ ਭਲਾ ਬਹੁਤ ਗੂੰਜ ਰਿਹਾ ਸੀ। ਮੈਂ ਉਹਦੇ 'ਤੇ ਇੱਕ ਲੇਖ ਲਿਖਣਾ ਚਾਹੁੰਦਾ। ਮੈਂ ਲੇਖ ਲਿਖਣ ਲੱਗਿਆ, ਮੇਰੇ ਕਈ ਅਖਬਾਰਾਂ ਦੇ ਵਿੱਚ ਆਰਟੀਕਲ ਛਪੇ ਸੀ ਵੀ ਸਰਬੱਤ ਦੇ ਭਲੇ 'ਤੇ ਆਪਾਂ ਨੂੰ ਉਸ ਲੈਵਲ 'ਤੇ ਲਿਖਣਾ ਚਾਹੀਦਾ ਵੀ ਇਹਦੇ 'ਤੇ ਆਪਾਂ ਜ਼ਰੂਰ ਲਿਖੀਏ। ਪਰ ਜਦੋਂ ਮੈਂ ਲਿਖਣ ਲੱਗਿਆ,
ਉਹ ਲਿਖਦਾ ਲਿਖਦਾ ਇੰਨਾ ਲੰਮਾ ਹੋ ਗਿਆ, 20 ਪੇਜ 30 ਪੇਜ। ਫਿਰ ਉਹ ਆਰਟੀਕਲ ਥੋੜ੍ਹਾ ਰਹਿ ਗਿਆ। ਮੈਂ ਕਿਹਾ ਵੀ ਇਹ ਤਾਂ ਕੋਈ ਵਿਧੀ ਹੋਰ ਆ। ਫਿਰ ਉਹਦੇ ਵਿੱਚੋਂ ਕਰੈਕਟਰ ਆ ਗਏ। ਫਿਰ ਇੱਕ ਮਨੁੱਖ ਦੇ ਲਈ ਸਰਬੱਤ ਦਾ ਭਲਾ। ਮੈਂ ਕਿਹਾ ਗੁਰੂ ਨਾਨਕ ਦੇਵ ਨੇ ਤਾਂ ਸਾਰੀ ਕੁਦਰਤ ਨੂੰ ਪ੍ਰੇਮ ਕੀਤਾ, ਉਹਨੇ ਜਾਨਵਰਾਂ ਨੂੰ ਵੀ ਪ੍ਰੇਮ ਕੀਤਾ, ਉਹਨੇ ਪੰਛੀਆਂ ਨੇ ਵੀ ਆ, ਉਹਨੇ ਮਤਲਬ ਪਸ਼ੂ ਪੰਛੀ ਬ੍ਰਿਖਾਂ ਨੂੰ ਵੀ ਕੀਤਾ। ਫਿਰ ਜਦੋਂ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਅਸੀਂ ਉਸ ਦੀ ਸਾਡੇ ਵਿੱਚ ਆਊਗੀ, ਫਿਰ ਇਹ ਜਿਹੇ ਨਾਵਲ ਨਿਕਲਣਗੇ। ਜੇ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਸਮਝਦੇ ਨਹੀਂ, ਮੰਨਾਂਗੇ ਨਹੀਂ, ਉਹਨਾਂ ਪ੍ਰੇਮ ਨਹੀਂ ਕਰਾਂਗੇ, ਫਿਰ ਅਸੀਂ ਆਪਣੀ ਲਾਈਫ ਤੋਂ ਵੀ ਦੂਰ ਹੁੰਦੇ ਹਾਂ। ਮੇਰੇ ਇਸ ਨਾਵਲ ਨੂੰ ਲਿਖਣ ਲਈ ਜੇ ਹੱਥ ਨਾਲ ਫੜ ਕੇ ਲਿਖਿਆ ਤਾਂ ਮੈਨੂੰ ਇਹ ਸਮਝ ਲੱਗਦਾ ਵੀ ਇਹ ਗੁਰੂ ਨਾਨਕ ਦੇਵ ਜੀ ਨੇ ਹੀ ਲਿਖਾਇਆ। ਇਹ ਨਾਵਲ ਮੈਂ ਸ਼ਾਇਦ ਖੁਦ ਨਾ ਲਿਖ ਸਕਦਾ। ਇੱਕ ਤੁਸੀਂ ਬੜੇ ਸੰਖੇਪ ਦੇ ਵਿੱਚ, ਬਹੁਤ ਹੀ ਸੰਖੇਪ ਦੇ ਵਿੱਚ ਨਾਵਲ ਲਈ ਕੋਈ ਤੁਹਾਡੀ ਕੋਈ ਘਟਨਾ ਇਹੋ ਜਿਹੀ ਯਾਦ ਹੋਵੇ ਜਾਂ ਕੋਈ ਇਹੋ ਜਿਹਾ ਐਪੀਸੋਡ ਹੋਵੇ ਜੋ ਤੁਸੀਂ ਹੁਣ ਦੱਸ ਸਕਦੇ ਹੋ? ਨਾਵਲ ਜਦੋਂ ਦਰਸ਼ਕ ਜਿਹੜੇ ਪੜ੍ਹਦੇ ਨੇ ਦੇਖਦੇ ਨੇ, ਮਤਲਬ ਪ੍ਰੋਫੈਸਰ ਧਰਮਚੰਦ ਬਾਦਸ਼ਾਹ ਨੇ ਰਿਵਿਊ ਲਿਖਿਆ, ਉਹ ਕਹਿੰਦਾ ਯਾਰ ਇਹੋ ਜਿਹਾ ਨਾਵਲ ਮੈਂ ਜ਼ਿੰਦਗੀ 'ਚ ਕਦੇ ਵੈਸਟਰਨ ਕੰਟਰੀ ਦੇ ਬਟੇ 'ਤੇ ਪੜ੍ਹੇ ਨਹੀਂ। ਤੇ ਮੈਨੂੰ ਤਾਂ ਨਾਵਲ ਦਾ ਲਿਖਣ ਦਾ ਵੀ ਕੋਈ ਬਹੁਤਾ ਅਭਿਆਸ ਨਹੀਂ ਸੀ, ਮੈਂ ਨਹੀਂ ਕਦੇ ਕਹਿੰਦਾ ਜ਼ਿੰਦਗੀ 'ਚ ਪੜ੍ਹਿਆ। ਉਹ ਕਹਿੰਦਾ ਇੱਕ ਇੱਕ ਚੈਪਟਰ ਇੱਕ ਅਲੱਗ-ਅਲੱਗ ਉਹ ਮੰਗ ਰਿਹਾ ਰਿਵਿਊ, ਵੀ ਇੱਕ ਇੱਕ ਚੈਪਟਰ 'ਤੇ। ਹੁਣ ਜੇ ਤੁਸੀਂ ਨਾਵਲ ਦੇ ਵਿੱਚ ਜਿੰਨੇ ਕੁਦਰਤ ਦੇ ਅੰਗ ਨੇ ਉਹ ਸਾਰੇ ਕੂਕ ਰਹੇ ਨੇ ਵੀ ਮਨੁੱਖ ਸਾਡੇ ਨਾਲ ਬੇਦਰਦ ਵਾਲਾ ਰੋਲ ਨਿਭਾ ਰਿਹਾ। ਉਹਦੇ ਮਨੁੱਖ ਦੇ ਮਨ ਦੇ ਸਾਡੇ ਮਨ ਇੱਕ ਨਹੀਂ ਹੋ ਰਹੇ। ਜਦੋਂ ਸਾਡੀ ਨੇਚਰ ਨੂੰ ਨਹੀਂ ਸਮਝ ਰਿਹਾ, ਸਾਡੇ ਫਲਾਂ ਨੂੰ ਨਹੀਂ ਸਮਝ ਰਿਹਾ, ਸਾਡੀ ਭੂਮਿਕਾ ਨੂੰ ਨਹੀਂ ਸਮਝ ਰਿਹਾ, ਵੀ ਸਾਡਾ ਰਿਸ਼ਤਾ ਟੁੱਟ ਰਿਹਾ, ਵੀ ਜਿਹਦਾ ਟੁੱਟਣ ਦਾ ਖਮਿਆਜਾ ਮਨੁੱਖ ਹੀ ਭੁਗਤੂਗਾ, ਭੁਗਤ ਰਹੇਗਾ, ਭੁਗਤਣਾ ਹੀ ਉਸ ਨੂੰ ਪੈਣਾ। ਕਿਉਂ ਪੈਣਾ? ਕਿਉਂਕਿ ਨੇਚਰ ਕਿਹਦੇ ਲਈ ਬਣਿਆ? ਮਨੁੱਖ ਲਈ। ਸਵਰਗ, ਇਹ ਨਾਵਲ ਦੀ ਭੂਮਿਕਾ ਨੂੰ ਤੁਸੀਂ ਪੜ੍ਹੋਗੇ ਜਾਂ ਇਹ ਨਾਵਲ ਪੜ੍ਹੋਗੇ, ਮੈਂ ਮੌਤ ਕਿਉਂ ਲਿਖਿਆ? ਵੀ ਕੁਦਰਤ ਨੇ ਜਾਂ ਪ੍ਰਮਾਤਮਾ ਨੇ ਧਰਤੀ ਨੂੰ ਸਵਰਗ ਦਾ ਰੂਪ ਦਿੱਤਾ ਸੀ, ਮਨੁੱਖ ਨੇ ਆਪਣੀਆਂ ਖੁਦਗਰਜ਼ੀਆਂ ਨਾਲ ਇਹਨੂੰ ਨਰਕ ਦਾ ਰੂਪ ਦੇ ਦਿੱਤਾ। ਦੇਖੋ ਨਰਕ ਉਹਦਾ ਐਂਡਾ, ਵੀ ਸਵਰਗ ਦੀ ਮੌਤ, ਇਸ ਕਰਕੇ ਸਵਰਗ ਦੀ ਮੌਤ ਹੋ ਗਈ। ਹੁਣ ਜੇ ਪਰਮਾਤਮਾ ਦਾ ਸਰੂਪ ਨੂੰ ਤੁਸੀਂ ਸਮਝਦੇ ਹੋ, ਪਰਮਾਤਮਾ ਦੇ ਹੁਕਮ ਨੂੰ ਸਮਝਦੇ ਹੋ, ਤੁਹਾਨੂੰ ਹਰ ਚੀਜ਼ ਦੇ ਵਿੱਚ ਪਰਮਾਤਮਾ ਨਜ਼ਰ ਆਊ, ਹਰ ਕਣ ਕਣ ਵਿੱਚ ਆਊ। ਮੈਨੂੰ ਕਈ ਪਾਠਕ ਬੋਲਦੇ ਨੇ ਵੀ ਤੁਸੀਂ ਪਹਿਲੀ ਵਾਰ ਇੱਦਾਂ ਦੇ ਜਾਨਵਰਾਂ ਨਾਲ, ਪਸ਼ੂਆਂ ਪੰਛੀਆਂ ਨਾਲ ਗੱਲਾਂ ਕੀਤੀਆਂ ਨੇ, ਵੀ ਉਹਨਾਂ ਨੇ ਰੂਲਾਂ ਨੂੰ ਤੁਸੀਂ ਸਮਝਿਆ। ਅਤੇ ਮੈਂ ਕਿਹਾ ਬਈ ਮੈਨੂੰ ਤਾਂ ਵਾਕਈ ਇਹ ਲੱਗਦਾ ਵੀ ਸਾਰੇ ਮੇਰੇ ਨਾਲ ਤਾਂ ਦਰਖਤ ਪੌਦੇ ਤੁਹਾਡੇ ਗੱਲਾਂ ਕਰ ਰਹੇ ਨੇ। ਮੈਨੂੰ ਤਾਂ ਮਤਲਬ ਇਹ ਲੱਗਦਾ ਹੀ ਨਹੀਂ ਵੀ ਇਹ ਬੋਲਦੇ ਨਹੀਂ ਹੈਗੇ, ਇਹ ਸੁਣਦੇ ਨਹੀਂ। ਜੇ ਕੋਈ ਬੰਦਾ ਇੱਕ ਪੱਤਾ ਵੀ ਤੋੜਦਾ ਤਾਂ ਉਹਨੂੰ ਦਰਦ ਹੁੰਦਾ। ਅਤੇ ਆ ਮੈਂ ਇੱਕ ਮੇਰੀ ਵੋਟ ਨਹੀਂ ਇੱਕ ਹੋਰ ਕਹਾਣੀ ਲਿਖੀ ਉਸ ਤੋਂ ਬਾਅਦ, ਉਹਦੇ ਵਿੱਚ ਇੱਕ ਬਰੂਟੇ ਦੀ ਦਰਦ ਭਰੀ ਕਹਾਣੀ ਆ। ਉਹਨੇ ਸਾਰੇ ਲੋਕਾਂ ਨੂੰ ਤਾਨੇ ਮਾਰੇ ਨੇ, ਉਹ ਵੀ ਇੱਕ ਅਲੱਗ ਆ। ਮਤਲਬ ਇਹ ਤੋਂ ਬਾਅਦ ਨੇਚਰ ਦੇ ਵਿੱਚ ਖਿਲਵਾੜ ਪੈਦਾ ਹੁੰਦਾ ਗਿਆ, ਖਿਲਵਾੜ ਪੈਂਦਾ ਹੋ ਜਾ ਰਿਹਾ। ਮੈਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਵੀ ਸਾਡੀ ਮਨੁੱਖ ਜਾਤੀ ਦਾ ਰੂਟ ਕੀ ਆ, ਇਹਦਾ ਐਂਡ ਪੁਆਇੰਟ ਕੀ ਆ, ਜਾ ਕਿੱਥੇ ਨੂੰ ਰਿਹਾ। ਤੁਸੀਂ ਤਰੱਕੀ ਕਰੀ ਜਾਂਦੇ ਹੋ, ਮੈਨੂੰ ਇਹ ਤਾਂ ਦੱਸ ਦਿਓ ਜਾਣਾ ਕਿੱਥੇ ਆ। ਤੁਸੀਂ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸਾਧਨ, ਕਾਰਾਂ, ਜਹਾਜ਼, ਰਾਕਟ, ਟੈਂਕ, ਫੌਜਾਂ, ਪਰਮਾਣੂ ਬੰਬ, ਸਭ ਕੁਝ ਬਣ ਗਿਆ, ਬਣ ਜੂਗਾ, ਹੋਰ ਬਣ ਜੂ। ਇਹ ਇੱਕ ਮਨੁੱਖ ਨੂੰ ਬੈਠ ਕੇ ਇੱਕ ਵਾਰ ਸੋਚ ਤਾਂ ਲੈਣਾ ਚਾਹੀਦਾ ਮੈਂ ਵੀ ਜਾਣਾ ਕਿੱਧਰ ਨੂੰ ਆ। ਜੇ ਅੱਜ ਤੱਕ ਦੇ ਪਿਛਲੇ 100 ਸਾਲ ਦੇ ਵਿੱਚ ਇਹਦੇ 'ਚ ਲਿਖੇ ਨੇ, 100 ਸਾਲ ਦੇ ਵਿੱਚ ਧਰਤੀ ਦੀ ਜਿਵੇਂ ਅੰਦਰ ਅੱਗ ਬਾਲਤੀ ਇਹਨੇ, ਧਰਤੀ ਨੂੰ ਅੱਗ ਲਾ ਦਿੱਤੀ। ਕਿੰਨਾ ਸਾਲ ਹੋਏ ਨੇ? 100 ਸਾਲ ਹੋਇਆ। ਸਾਰੀ 19ਵੀਂ ਸਦੀ ਲੈ ਲਓ, 20 ਸਾਲ ਲਾ ਲਓ, 120 ਲਾ ਲਓ। ਉਸ ਤੋਂ ਪਹਿਲਾਂ ਨੇਚਰ ਨਾਲ ਮਨੁੱਖ ਦਾ ਇੱਕ ਬਹੁਤ ਡੂੰਘਾ ਰਿਸ਼ਤਾ ਸੀ। ਉਸ ਟਾਈਮ ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਰਾਮ ਰਾਜ ਇਹੀ ਚੱਲਦਾ ਸੀ, ਲੜਾਈਆਂ ਵੀ ਹੁੰਦੇ ਤੇ, ਝਗੜੇ ਤੇ, ਸਮਾਜ ਦੀ ਸਾਰਾ ਕੁਝ, ਪਰ ਉਹ ਕੁਦਰਤ ਦੇ ਨਿਯਮਾਂ 'ਚ ਸੀ। ਹੁਣ ਜੰਗਲ ਦੇ ਵਿੱਚ ਜਾਨਵਰ ਇੱਕ ਦੂਜੇ ਨੂੰ ਖਾਂਦੇ ਨੇ, ਉਹ ਕਿਸੇ ਨੂੰ ਬੁਰੇ ਨਹੀਂ ਲੱਗਦੇ। ਕਿਉਂ? ਕਿਉਂਕਿ ਕੁਦਰਤ ਦੇ ਨਿਯਮਾਂ 'ਚ ਨੇ। ਉਹ ਬੁਰੇ ਕੌਣ ਲੱਗਦਾ? ਮਨੁੱਖ ਲੱਗਦਾ। ਕਿਉਂ ਲੱਗਦਾ? ਕਿਉਂਕਿ ਨੇ ਪਹਾੜਾਂ ਦੇ ਸ਼ਹਿਰ ਖੜੇ ਬਣਾ ਲਏ, ਪਰਬਤ ਉਸਾਰ ਲਏ, ਕੋਈ ਕੁਦਰਤ ਦੇ ਨੇੜੇ ਤੇੜੇ ਵੀ ਨਹੀਂ। ਰਸਾਇਣਿਕ ਦਵਾਈਆਂ, ਰਸਾਇਣਿਕ ਖਾਦਾਂ, ਰਸਾਇਣਿਕ ਚੀਜ਼ਾਂ ਬਣਾ ਲਈਆਂ, ਉਹਦੇ ਨਾਲ ਸਾਰੀ ਆਪਦੀ ਵੀ ਮਨ, ਦਿਮਾਗ, ਸਿਹਤ ਖਰਾਬ ਕਰ ਲਈ। ਫਿਰ ਇਹਨੇ ਇੰਨੇ ਸਾਧਨ ਪੈਦਾ ਕਰ ਐਸ। ਹੁਣ ਇਹ ਨਾਵਲ ਦੇ ਵਿੱਚ ਤੁਸੀਂ ਇਹੋ ਜਿਹੀਆਂ ਗੱਲਾਂ ਦੇਖੋਗੇ। ਤੁਸੀਂ ਆਰਾਮ ਕਿਹੜੀ ਚੀਜ਼ ਨੂੰ, ਐਸ ਸ਼ਬਦ ਦੀ ਕੋਈ ਡੈਫੀਨੇਸ਼ਨ ਹੈ? ਕੋਈ ਬੰਦਾ ਸੋਚਦਾ ਵੀ ਮੈਂ ਐਸ ਕਰਨੀ ਆ। ਖੜਨ ਨੂੰ
ਤੁਸੀਂ ਖੜੇ ਹੋ ਬਹਿ ਕੇ ਤੁਹਾਨੂੰ ਲੱਗੂ ਮੈਂ ਬਹੁਤ ਵਧੀਆ, ਬੈਠੇ ਥੱਕ ਕੇ ਤੁਹਾਨੂੰ ਪੈ ਕੇ ਲੱਗੂ ਬਹੁਤ ਵਧੀਆ, ਤੁਸੀਂ 8-10 ਘੰਟੇ ਸੌਂ ਜਾਓ ਉਸ ਤੋਂ ਬਾਅਦ ਤੁਹਾਨੂੰ ਲੱਗੂ ਬੈੱਡ ਬਹੁਤ ਭੈੜਾ। ਮੈਨੂੰ ਇੱਕ ਮਨੁੱਖ ਦੀ ਇੱਥੇ ਬੇਅਕਲੀ ਦੀ ਅਕਲ ਨਹੀਂ ਆ ਰਹੀ ਵੀ ਮੈਨੂੰ ਇਹ ਤਾਂ ਦੇਖ ਨਹੀਂ ਦੇ ਵੀ ਐਸ ਕਿਹੜੀ ਚੀਜ਼ ਨੂੰ ਕਹਿੰਦਾ। ਨਸ਼ੇ ਖਾਣ ਨੂੰ ਐਸ ਕਹਿ ਰਿਹਾ, ਗਲਤ ਕੰਨਾਂ ਸਮਾਜ ਦੇ ਵਿੱਚ ਫੈਲਾਉਣ ਨੂੰ ਐਸ ਕਹਿ ਰਿਹਾ, ਦੂਜੇ ਤੇ ਜ਼ੁਲਮ ਕਰਨ ਨੂੰ ਐਸ ਕਹਿ ਰਿਹਾ। ਕੋਈ ਇਹ ਸਾਰੇ ਪਾਗਲਪਣ ਦੀਆਂ ਨਿਸ਼ਾਨੀਆਂ ਨੇ। ਜੇ ਤੁਸੀਂ ਪਾਗਲ ਦੀ ਪਹਿਚਾਣ ਕਰਨੀ ਆ ਫਿਰ ਤੁਹਾਨੂੰ ਕਿਸੇ ਕੁਐਸਚਨ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਇਹ ਜਿਹੜੇ ਹਸਪਤਾਲਾਂ ਤੋਂ ਬਾਹਰ ਇੱਕ ਵੱਡਾ ਹੌਸਪੀਟਲ ਬਣ ਚੁੱਕਾ ਹੈ, ਸਾਰੀ ਧਰਤੀ ਇੱਕ ਹੌਸਪੀਟਲ ਬਣ ਚੁੱਕੀ ਹੈ। ਹੁਣ ਮੈਨੂੰ ਦੱਸੋ ਇਸ ਤੋਂ ਬਾਅਦ ਕਿੱਥੇ ਜਾਣਗੇ? ਜਿਹੜੇ ਬੰਦੇ ਨੂੰ ਝਰਨਾ ਚੱਲਦਾ ਨਹੀਂ ਨਜ਼ਰ ਆਉਂਦਾ, ਜਿਹਨੂੰ ਹਵਾ ਠੰਡੀ ਚੱਲਦੀ ਨਜ਼ਰ ਨਹੀਂ ਆਉਂਦੀ, ਜਿਹੜੇ ਬੰਦੇ ਨੂੰ ਪਰਬਤ ਜਾ ਕੇ ਪਰਬਤ ਨਹੀਂ ਦਿਖਦੇ, ਜਿਹੜੇ ਬੰਦੇ ਨੂੰ ਕੋਈ ਫਰੂਟ ਦਾ ਦਰਖਤ ਨਹੀਂ ਦਿਖਦਾ, ਜਿਹੜੇ ਬੰਦੇ ਨੂੰ ਪੰਛੀ ਬੋਲਦੇ ਨਹੀਂ ਸੁਣਦੇ, ਉਸ ਨੂੰ ਤੁਸੀਂ ਕੀ ਸਮਝੋਗੇ ਵੀ ਉਹ ਤੰਦਰੁਸਤ ਆ? ਇਸ ਨਾਵਲ ਦਾ ਮੇਨ ਆਈਡੀਆ ਮੈਂ ਸਮਝਦਾ ਵੀ ਮਨੁੱਖ ਜਾਤੀ ਦੇ ਲਈ ਇਹ ਨਾਵਲ ਇੱਕ ਕੁਦਰਤ ਦੀ ਬੈਲੈਂਸ ਨੂੰ ਬਣਾਉਣ ਲਈ ਇੱਕ ਬਾਈਬਲ ਦੀ ਤਰ੍ਹਾਂ ਕੰਮ ਕਰਦਾ, ਧਾਰਮਿਕ ਪੁਸਤਕ ਦੀ ਤਰ੍ਹਾਂ, ਵੀ ਮਨੁੱਖ ਨੂੰ ਹੋਸ਼ ਆ ਜਾਵੇ, ਸੂਝ ਆ ਜਾਵੇ, ਸਰਕਾਰਾਂ ਨੂੰ ਆ ਜਾਵੇ। ਸਾਰੇ ਦੇ ਵਿੱਚ ਲਿਖਾ GDP ਕਿਹੜੀ GDP? ਕਿਸ GDP ਦੀ ਗੱਲ ਕਰਦੇ? ਮਨੁੱਖ ਨੂੰ ਕਿਹੜੀ GDP ਦੀ ਕਿੰਨੀ ਕੁ ਲੋੜ ਆ? ਹੁਣ ਹਥਿਆਰ ਪਰਮਾਣੂ ਬਣਾਏ ਪਏ ਨੇ, ਹੈਲੀਕਾਪਟਰ ਖੜੇ ਨੇ, ਮਤਲਬ ਮਿਜ਼ਾਈਲਾਂ ਤੋਂ ਹੋਰ ਤੇਜ਼ ਮਿਜ਼ਾਈਲ, ਹੋਰ ਤੇਜ਼। ਇਹ ਮਨੁੱਖ ਦੀਆਂ ਲੋੜਾਂ ਨੇ। ਕੁਦਰਤ ਇਹਨਾਂ ਨੂੰ ਪਸੰਦ ਕਰੂਗੀ? ਕੁਦਰਤ ਦਾ ਇਨਬੈਲੈਂਸ ਕਿਹਨੇ ਕੀਤਾ? ਇਸ ਕਰਕੇ ਮੈਂ ਸਮਝਦਾ ਵੀ ਜੇ ਮਨੁੱਖ ਨੂੰ ਤੰਦਰੁਸਤ ਬਣਾਉਣਾ, ਜੇ ਮਨੁੱਖ ਨੇ ਜ਼ਿੰਦਗੀ ਜਿਉਣੀ ਸਿੱਖਣੀ ਆ ਤਾਂ ਉਹਨੂੰ ਰੱਬ ਵੱਲ, ਕੁਦਰਤ ਵੱਲ, ਪਰਮਾਤਮਾ ਵੱਲ ਮੁੜਨਾ ਪਊ ਜੇ ਉਹਨੇ ਜ਼ਿੰਦਗੀ ਜਿਉਣੀ ਆ। ਇਹਦੇ ਵਿੱਚ ਤੁਹਾਨੂੰ ਸਮਾਜਿਕ ਕੁਰੀਤੀਆਂ ਦੀ ਰੱਜ ਕੇ ਟੈਕਨੀਕਲ ਤਰੀਕੇ ਨਾਲ ਭੰਡੀ ਕੀਤੀ ਹੋਈ ਆ, ਕਿਸੇ ਕਰਮ ਕਾਂਡਾਂ ਦੀ ਫੁੱਲ ਭੰਡੀ ਕੀਤੀ ਆ। ਇਹਦੇ ਵਿੱਚ ਸਾਰੀਆਂ ਤੁਹਾਡੀਆਂ ਲਾਈਫ ਸਟਾਈਲ ਪੂਰਨ ਤੌਰ 'ਤੇ ਇਹਦੇ 'ਚ ਨਸ਼ਟ ਕੀਤੇ ਗਏ ਨੇ। ਅਤੇ ਤੁਸੀਂ ਇਹਨੂੰ ਪੜ੍ਹਨ ਲੱਗੇ ਵੀ ਮੈਂ ਦੇਖਿਆ ਵੀ ਬੰਦੇ ਨੂੰ ਮੇਰੇ ਕੋਲ ਕੋਈ ਕਿਸ ਕਿਸਮ ਦੇ ਫੋਨ ਕਰਨਗੇ, ਪੜ੍ਹ ਕੇ ਵੀ ਇਹ ਬੰਦੇ ਨੂੰ ਉਸ ਨਾਵਲ ਤੱਕ ਪਹੁੰਚਣ ਲਈ ਸਮਾਂ ਲੱਗਦਾ ਵੀ ਉਹ ਨਾਵਲ ਦੀ ਇੱਕ ਨਾਵਲ ਕਿਤਾਬ ਕੋਈ ਮਰਜ਼ੀ ਹੋਵੇ, ਕਿਤਾਬ ਇੱਕ ਦੇਖਣ ਨੂੰ ਲੱਗਦੀ ਆ, ਪੜ੍ਹਨ ਨੂੰ ਲੱਗਦੀ, ਇੱਕ ਉਹਦੇ ਵਿੱਚ ਆਤਮਾ ਹੁੰਦੀ ਆ। ਜੇ ਤੁਸੀਂ ਕਿਸੇ ਕਿਤਾਬ ਦੀ ਆਤਮਾ ਨਾਲ ਨਹੀਂ ਨਾ ਗੱਲ ਕਰ ਸਕਦੇ ਤਾਂ ਤੁਸੀਂ ਉਸ ਕਿਤਾਬ ਤੱਕ ਪਹੁੰਚ ਨਹੀਂ ਸਕਦੇ। ਇਸ ਕਿਤਾਬ ਦੀ ਇੱਕ ਆਤਮਾ, ਜੇ ਤੁਸੀਂ ਆਤਮਾ ਨਾਲ ਗੱਲ ਕਰੋਗੇ ਤੁਹਾਨੂੰ ਇਹ ਕਿਤਾਬ ਐਂ ਲੱਗੂ ਵੀ ਤੁਹਾਨੂੰ ਵੀ ਜਿਵੇਂ ਤੁਸੀਂ ਕਿਸੇ ਬਹੁਤ ਵੱਡੇ ਕਿਸੇ ਧਾਰਮਿਕ ਪੁਸਤਕ ਦਾ ਅਧਿਐਨ ਕਰਕੇ ਕਿਤੇ ਤੁਸੀਂ ਸਵਰਗ ਦੀ ਕਲਪਨਾ ਕਰਕੇ ਉਸ ਦੇ ਵਿੱਚ ਆਨੰਦ ਲੈ ਰਹੇ ਹੋ। ਤੇ ਜਿਵੇਂ ਨਾਵਲ ਤੁਹਾਡਾ ਸਵਰਗ ਦੀ ਮੌਤ, ਇਹ ਫਿਰ ਤੁਸੀਂ ਇਹਦੇ ਨੂੰ ਅੱਗੇ ਤੋਰਨ ਬਾਰੇ ਸੋਚਿਆ ਕੁਛ ਤੁਹਾਡੇ ਦਿਮਾਗ ਦੇ ਵਿੱਚ ਕਨਸੈਪਟ ਕਿ ਪਾਰਟ 2 ਸਵਰਗ ਦੀ ਮੌਤ ਇੱਦਾਂ ਸਾਨੂੰ ਅੱਗੇ ਪੜ੍ਹਨ ਨੂੰ ਮਿਲੂਗਾ? ਨਹੀਂ, ਇਸ ਗੱਲ ਦੇ ਵਿੱਚ ਨਹੀਂ, ਇੱਦਾਂ ਨਹੀਂ ਕਰੂੰਗਾ ਮੈਂ। ਦੇਖੋ ਇਹ ਧਰਤੀ ਦੀ ਬਣਤਰ ਤੋਂ ਸ਼ੁਰੂ ਹੋਇਆ, ਤੁਹਾਡੀ ਅੱਜ ਤੇ ਆਉਣ ਵਾਲੇ ਸਮੇਂ ਦੇਖਿਆ ਵੀ ਮਨੁੱਖ ਵੱਡੀਆਂ ਬਿਮਾਰੀਆਂ 'ਚ ਘਿਰ ਜਾਊਗਾ, ਇਹ ਮਨੋਰੋਗੀ ਹੋ ਜਾਊਗਾ, ਹੋ ਗਿਆ। ਇਹਦੀ ਜਿਹੜੀ ਸਰੀਰਕ ਬਣਤਰ ਹੈ ਨਾਵਲ ਦੇ ਵਿੱਚ ਕਲੀਅਰ ਬਿਲਕੁਲ ਨਸ਼ਟ ਹੋਣੀ ਆ, ਕਮਜ਼ੋਰ ਹੋਈ ਨੇ। ਵੀ ਇਹਦੇ ਵਿੱਚ ਜਿਹੜੀ ਅੱਜ ਪਿੱਛੇ ਪੰਨੂ ਸਾਹਿਬ ਨੇ ਵੀ ਕਹੀ ਤੀ ਵਾਇਰਸ, ਇਹਦੇ ਵਿੱਚ ਮੈਂ ਉਸ ਟਾਈਮ ਲਿਖਤਾ ਸੀ ਵੀ ਮਨੁੱਖ ਦਾ ਜਿਹੜੀ ਧਰਤੀ ਤੋਂ ਖਾਤਮਾ ਹੋਣਾ ਇੱਕ ਵਾਇਰਸ ਨਾ ਹੋਊਗਾ। ਉਹ ਮਤਲਬ ਹੋਰ ਇਹ ਵਾਇਰਸ ਦਾ ਟਾਕਰਾ ਕਰਨ ਜੋਗਾ ਰਹਿਣਾ ਨਹੀਂ। ਹੁਣ ਵੀ ਜਿਹੜੀ ਕਰੋਨਾ ਬਿਮਾਰੀ ਆ, ਹਾਂਜੀ, ਉਸੇ ਗੱਲ ਤੇ ਕਰੋਨਾ ਤੇ ਆਪਾਂ ਅੱਗੇ ਆਵਾਂਗੇ। ਨਹੀਂ, ਜਿਵੇਂ ਅਕਸਰ ਇਹੀ ਹਾਲੀਵੁੱਡ ਦੀ ਫਿਲਮਾਂ 'ਚ ਦੇਖਿਆ ਜਾਂਦਾ, ਜਿਵੇਂ ਤੁਸੀਂ ਇਨਸਾਨ ਦੇ ਬਿਮਾਰ ਹੋਣ ਦੀਆਂ, ਬਿਮਾਰੀਆਂ ਤੇ ਜਕੜ ਜਾਣ ਦੀਆਂ ਤੇ ਵਾਤਾਵਰਨ ਦੀ ਗੱਲ ਕੀਤੀ, ਇਸ ਤੋਂ ਕੋਈ ਅਲੱਗ ਵੀ ਅੱਗੇ ਜਾ ਕੇ ਵੀ ਜੇਕਰ ਇਦਾਂ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਧਰਤੀ ਤੇ ਆਹ ਕੁਛ ਹੋਊਗਾ, ਇਦਾਂ ਦਾ ਕੁਛ ਕਲੀਅਰ ਗੱਲ ਆ ਜੀ। ਦੇਖੋ ਕੋਈ ਚੀਜ਼ ਦੀ ਤੁਸੀਂ ਇੱਥੇ ਕੋਈ ਗੰਦ ਛੱਡ ਦਿਓ, ਉਹਦੇ ਵਿੱਚੋਂ ਵੀ ਇੱਕ ਬਦਬੂ ਪੈਦਾ ਹੋਣੀ ਆ। ਜਿਹੋ ਜਿਹਾ ਗੰਦ ਸਿੱਟੋਗੇ ਉਹੋ ਜਿਹੀ ਬਦਬੂ ਪੈਦਾ। ਹੁਣ ਮਨੁੱਖ ਜਾਤੀ ਦਾ ਫੈਲਾਅ ਇੰਨਾ ਹੋ ਰਿਹਾ, ਮਨੁੱਖ ਜਾਤੀ ਇੰਨੀ ਫੈਲ ਰਹੀ ਆ, ਮਨੁੱਖ ਜਾਤੀ ਇੰਨੀ ਕਮਜ਼ੋਰ ਹੋ ਰਹੀ ਆ, ਮਨੁੱਖ ਜਾਤੀ ਬਿਮਾਰੀਆਂ ਦਾ ਟਾਕਰਾ ਕਰਨ ਜੋਗੀ ਦੀ ਬੋਡੀ ਨਹੀਂ ਰਹਿੰਦੀ। ਇਹ ਜਿਹੜੇ ਖਾਣ ਦੇ, ਹੁਣ ਮਨੁੱਖ ਜਾਤੀ ਕੀ ਸੋਚਦੇ ਆ, ਆਹ ਖਾ ਲਓ ਇਹਦੇ ਨਾਲ ਇਮਿਊਨਿਟੀ ਤਾਕਤ ਹੋ ਜੂਗੀ। ਨੋ, ਇਹ ਸੋਚ ਤੇ ਤੁਹਾਡੀ ਕੁਦਰਤ ਦੀ ਬਣਤਰ ਦੇ, ਕੁਦਰਤ ਦੇ ਨਿਯਮਾਂ 'ਚ ਹੋ ਕੇ ਹੋਣੀ ਆ। ਜਿਹੜੇ ਅੱਜ
ਕਰੋਨਾ ਦੇ ਮੈਂ ਬਹੁਤ ਸਾਰੇ ਮਰੀਜ਼ ਮਿਲਿਆ ਦੇਖੇ ਨੇ। ਕੌਣ ਜਿਨ੍ਹਾਂ ਨੂੰ ਜ਼ਿਆਦਾ ਹਮਲਾ ਕਿਹਦੇ 'ਤੇ ਹੋਇਆ? ਜਿਹੜਾ ਬਹੁਤਾ ਏਸੀ ਦਾ ਇਸਤੇਮਾਲ ਕਰਦਾ, ਜਿਹੜਾ ਬਹੁਤਾ ਏ ਕਲਾਸ ਦਾ, ਮਜ਼ਦੂਰਾਂ 'ਤੇ ਜਿਹੜੇ ਥੱਲੇ ਨੇ ਘੱਟ ਹੋਇਆ। ਹੁਣ ਆਉਣ ਵਾਲੇ ਜਿਹੜੇ ਤੁਸੀਂ ਐਸ ਸ਼ਬਦ ਕਹਿੰਦੇ ਹੋ, ਜਿਹੜੇ ਮਨੁੱਖ ਜਿੱਧਰ ਨੂੰ ਬਹੁਤ ਵੱਧ ਰਿਹਾ, ਉਹ ਕਿੱਧਰ ਨੂੰ ਵੱਧ ਰਿਹਾ? ਕਿਉਂਕਿ ਉਸ ਦੇ ਸਾਧਨਾਂ 'ਚ ਉਹ ਗੁਲਾਮ ਹੋ ਰਿਹਾ ਆਪਦੇ। ਉਹ ਏਸੀ ਬਿਨਾਂ ਨਹੀਂ ਰਹਿ ਸਕਦਾ, ਉਹ ਗੱਡੀ ਬਿਨਾਂ ਨਹੀਂ। ਉਹਦੀ ਕਸਰਤ ਕਰਨ ਲਈ ਵੀ ਉਹਦੇ ਮਨ 'ਚ ਹੁੰਦਾ ਵੀ ਮੇਰੀ ਫਲ ਮੈਨੂੰ ਮਿਲੇ, ਕਸਰਤ ਕੋਈ ਹੋਰ ਕਰੇ। ਹੁਣ ਜਦੋਂ ਐਸੀ ਬਿਰਤੀ 'ਚ ਆ ਗਿਆ, ਉਹ ਕਦੇ ਕੋਈ ਬਿਮਾਰੀ 20 ਸਾਲ 50 ਸਾਲ 100 ਸਾਲ 2 ਸਾਲ ਜਦੋਂ ਐਸੀ ਖਤਰਨਾਕ ਕੋਈ ਵਾਇਰਸ ਪੈਦਾ ਹੋਊ, ਇਹਦੇ 'ਚ ਲਿਖਿਆ, ਤੇ ਉਸ ਦਾ ਉਹ ਟਾਕਰਾ ਨਹੀਂ ਕਰ ਸਕੂਗਾ। ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਮਤਲਬ ਮਨੁੱਖ ਤੋਂ ਉਹ ਫੈਲ ਕੇ ਮਨੁੱਖ ਜਾਤੀ ਦਾ ਐਂਡ ਕਰ ਦੂਗਾ। ਕਿਉਂਕਿ ਜਿਹੜੇ ਅੱਜ ਮਨੁੱਖ ਨੂੰ ਲੱਗਦਾ ਵੀ ਅਸੀਂ ਜੋ ਆਧੁਨਿਕ ਜੀਵਨ 'ਚ ਜਿਉਂ ਰਹੇ ਹਾਂ, ਇਹਨਾਂ ਨੂੰ ਬ੍ਰਹਿਮੰਡ ਦੇ ਨਿਯਮਾਂ ਦਾ ਨਹੀਂ ਪਤਾ। ਮਨੁੱਖ ਨੂੰ ਖਰਬਾਂ ਅਰਬਾਂ ਖਰਬਾਂ ਸਾਲ ਹੋ ਗਏ ਬ੍ਰਹਿਮੰਡ ਨੂੰ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਵੀ ਕਿਵੇਂ ਪੈਦਾ ਹੋਇਆ। ਉਹ ਆਹ ਜਿਹੋ ਜਿਹੀਆਂ ਧਰਤੀਆਂ ਪੈਦਾ ਹੋਈਆਂ ਨੇ, ਨਸ਼ਟ ਹੋਈਆਂ ਨੇ, ਇਹ ਲੱਖਾਂ ਕਰੋੜਾਂ ਸਾਲ ਪਹਿਲਾਂ ਪਤਾ ਨਹੀਂ ਇਹੋ ਜਿਹੀਆਂ ਧਰਤੀਆਂ ਧਰਤੀ 'ਤੇ ਕਿੰਨੀਆਂ ਨੇ, ਇਸ ਬ੍ਰਹਿਮੰਡ 'ਚ ਕਿੰਨੀਆਂ ਨਸ਼ਟ ਹੋ ਚੁੱਕੀਆਂ। ਇਹਨੂੰ ਮਨੁੱਖ ਨੂੰ ਲੱਗਦਾ ਵੀ ਅਸੀਂ ਇੱਕ ਨਵੇਂ ਯੁੱਗ 'ਚ ਆਏ। ਇਹ ਕੁਦਰਤ ਦੇ ਨਿਯਮਾਂ ਤਾਂ ਇੱਕ ਸਕਿੰਟ ਦੇ ਬਰਾਬਰ, 1 ਮਿੰਟ ਦੇ ਬਰਾਬਰ ਵੀ ਨਹੀਂ ਇਹਦੀ ਉਮਰ, ਜਿਹੜੇ ਕੁਦਰਤ ਦੇ ਨਿਯਮ ਨੇ। ਹੁਣ ਮਨੁੱਖ ਉਸ ਬਿਰਤੀ ਦੇ ਵਿੱਚ ਜਕੜਿਆ ਪਿਆ। ਮੈਂ ਸਮਝਦਾ ਵੀ ਜਿਹੜੀਆਂ ਸਰਕਾਰਾਂ ਨੇ, ਇਹ ਬੇਵੱਸ ਸਰਕਾਰਾਂ ਨੇ। ਇਹਨਾਂ ਨੂੰ ਪਤਾ ਨਹੀਂ ਵੀ ਲੋਕਾਂ ਨੂੰ ਸਮਝਾਉਣਾ ਨਹੀਂ ਆਉਂਦਾ, ਲੋਕਾਂ ਦੇ ਵਿੱਚ ਨਿਯਮ ਲਾਗੂ ਨਹੀਂ ਕਰਨ ਜਾਣਦੇ। ਅਤੇ ਜਿੱਧਰੋਂ ਸਭ ਤੋਂ ਵੱਧ ਨੁਕਸਾਨ ਹੁੰਦਾ, ਉਹਨਾਂ ਕੰਨੀ ਅੱਖਾਂ ਮੀਚੀ ਜਾਂਦੇ ਹੈ। ਤੁਸੀਂ ਕਿਹੋ ਜਿਹੀਆਂ ਰਸਾਇਣਕ ਖਾਦਾਂ ਨੇ ਯਾਰ, ਉਹ ਤੁਹਾਡੀਆਂ ਫਸਲਾਂ 'ਤੇ ਤੁਹਾਡਾ ਸਰੀਰ ਰਸਾਇਣਕ ਖਾਦ ਲਈ ਤੁਹਾਡਾ ਲੀਵਰ ਥੋੜ੍ਹਾ ਬਣਿਆ। ਜੇ ਹੁਣ ਤੁਸੀਂ ਕੋਈ ਇਹ 'ਚ ਰਸਾਇਣ ਪਾਓਗੇ, ਇਹ ਜਿਉਂਦਾ ਅਤੇ ਤੰਦਰੁਸਤ ਕਿਵੇਂ ਰਹਿ ਜਾਊ? ਇਹੀ ਕਾਰਨ ਆ ਵੀ ਬਿਮਾਰੀਆਂ ਭਿਆਨਕ ਫੈਲਣਗੀਆਂ। ਦੇਖੋ ਜੀ, ਇੱਕ ਹੋਰ ਦੇਖੋ, ਘੁੱਗੀ ਅੱਜ ਤੋਂ ਲੱਖ ਸਾਲ ਪਹਿਲਾਂ ਵੀ ਇੱਦਾਂ ਦੀ ਅੱਜ ਵੀ ਹੋ ਜਾਏ, ਮੋਰ ਅੱਜ ਤੋਂ ਲੱਖ ਸਾਲ ਪਹਿਲਾਂ ਵੀ ਇਹੋ ਜਿਹੇ ਤੇ ਅੱਜ ਵੀ ਹੋ ਜਾਏ। ਇੱਕ ਮਨੁੱਖ ਆ, ਇਹ ਨਾਵਲ 'ਤੇ ਲਿਖਿਆ, ਮਨੁੱਖ ਦੀ ਬਣਤਰ ਕਿਹੋ ਜਿਹੀ ਆ? ਇੱਕ ਪਤਲਾ, ਇੱਕ ਲੰਮਾ, ਇੱਕ ਦਾ ਸਿਰ ਏਡਾ, ਇੱਕ ਦਾ ਢਿੱਡ ਏਡਾ, ਉਹ ਤੋਂ ਤੁਰ ਹੁੰਦਾ ਨਹੀਂ, ਇੱਕ ਬਹਿ ਨਹੀਂ ਹੁੰਦਾ। ਦੇਖੋ, ਇਹ ਐਸਾ ਜਾਨਵਰ ਆ ਵੀ ਜਿਹਨੇ ਆਪਣੀ ਬੋਡੀ ਨੂੰ ਕੁਦਰਤ ਦੇ ਨਿਯਮਾਂ 'ਚ ਸਭ ਤੋਂ ਵੱਧ ਖਰਾਬ ਕਰਿਆ। ਅਤੇ ਨਹੀਂ, ਇਹੋ ਜਿਹੇ ਮਨੁੱਖ ਨੂੰ ਕਾਹਦਾ ਕੁਦਰਤ ਲਾਈਕ ਕਰਦੀ ਆ? ਕੁਦਰਤ ਕਿਹਨੂੰ ਲਾਈਕ ਕਰਦੀ ਆ? ਤੁਸੀਂ ਦੇਖੋ, ਇੱਥੇ ਬੰਦੇ ਖੜੇ, ਜਿਹਦਾ ਸਰੀਰ ਵਧੀਆ, ਤੁਸੀਂ ਵੀ ਉਹਨੂੰ ਪਸੰਦ ਕਰੋਗੇ। ਇਹਨੂੰ ਪਤਾ ਹੀ ਨਹੀਂ, ਕੱਪੜੇ ਪਾਉਣ ਨਾਲ, ਚਿੱਟੇ ਕੱਪੜੇ ਪਾਉਣ ਨਾਲ ਸਰੀਰ ਥੋੜ੍ਹਾ ਚੰਗਾ ਬਣਨਾ। ਇਸ ਤੇ ਜਿਵੇਂ ਆਪਣੀ ਗੱਲ ਬਿਮਾਰੀਆਂ 'ਤੇ ਚੱਲੀ, ਹੁਣ ਕਰੋਨਾ ਵਾਇਰਸ ਨੇ ਤਕਰੀਬਨ ਇਹ ਗੱਲ ਜਤਾ ਦੀ ਕਿ ਇਨਸਾਨ ਨੂੰ ਕੋਠੀਆਂ ਦੀ, ਕਾਰਾਂ ਦੀ, ਮਹਿਲਾਂ ਦੀ ਨਹੀਂ ਲੋੜ। ਜੇਕਰ ਲੋੜ ਏ, ਉਹ ਤਾਂ ਅੰਨ ਦੀ, ਰੋਟੀ ਦੀ, ਪਾਣੀ ਦੀ ਲੋੜ ਏ। ਤਾਂ ਇਹ ਜੋ ਕਰੋਨਾ ਵਾਇਰਸ ਦਾ ਦੌਰ ਸੀ, ਇਹਦੇ 'ਚ ਨਾਵਲ ਅਸੀਂ ਜਦੋਂ ਪੜ੍ਹਿਆ ਹੈ ਇਸ ਦੌਰ ਦੇ ਵਿੱਚ, ਤਾਂ ਸਾਨੂੰ ਲੱਗਿਆ ਕਿ ਇਹ ਨਾਵਲ ਤਾਂ ਸਾਲ ਪਹਿਲਾਂ ਲਿਖਿਆ ਗਿਆ ਸੀ, ਕਿ ਗੱਲ ਇਹ ਅੱਜ ਦੇ ਦੌਰ ਦੀ ਹੋ ਰਹੀ ਹੈ, ਕਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ ਦੀ ਗੱਲ ਹੋ ਰਹੀ ਹੈ। ਇਹ ਕਿਵੇਂ ਸਬੱਬ ਬਣਿਆ? ਨਹੀਂ, ਮੈਂ ਤਾਂ ਹਜੇ ਥੋੜ੍ਹਾ ਜਿਹਾ ਜਿਹੜਾ ਕਰੋਨਾ ਦਾ ਕਹਿਰ ਸੀ, ਦੂਜਾ ਹੋਰ ਸੀ ਜਿਵੇਂ ਵਾਇਰਸ ਦਾ ਕਹਿਰ ਸੀ, ਇਸ ਨਾਲੋਂ ਵੀ ਭਿਆਨਕ ਮੈਂ ਲਿਖਤਾ ਸੀ ਥੋੜ੍ਹਾ। ਫਿਰ ਮੈਂ ਸ਼ਾਰਟ ਕਰਤਾ ਸੀ, ਮੈਂ ਕਿਹਾ ਪਬਲਿਕ ਲੋਕ ਵੀ ਬੇਅੰਤ ਮੈਂ ਡਰਾਉਣੇ ਨਹੀਂ ਹੈਗੇ। ਦੇਖੋ, ਤੁਸੀਂ ਹੁਣ ਵੀ ਅੱਜ ਸੋਚਦੇ ਹੋ ਵੀ ਅਸੀਂ ਠੀਕ ਹੋ ਗਏ, ਜੇ ਹੋ ਗਏ, ਨਹੀਂ ਹੈ। ਆਉਣ ਵਾਲੇ ਸਮੇਂ 'ਚ ਆਉਣ ਵਾਲਾ ਠੀਕ ਹੈਗਾ, ਆਉਣ ਵਾਲੇ ਸਮੇਂ 'ਚ ਨਹੀਂ ਠੀਕ ਹੋ ਸਕਦਾ। ਕਿਉਂਕਿ ਤਾਂ ਅੱਜ ਕਰੋਨਾ ਦੇ ਨਾਂ ਦੀ ਬਿਮਾਰੀ ਆ, ਕੱਲ੍ਹ ਨੂੰ ਵਾਇਰਸ ਕੋਈ ਬਰੋਨਾ ਆਊਗਾ, ਕੋਈ ਸਰੋਨਾ ਆਊਗਾ। ਵਾਇਰਸ ਆ ਜਿਹੜੇ ਅੱਜ ਤੋਂ 100 ਸਾਲ ਨੂੰ 200 ਸਾਲ ਨੂੰ ਵਾਇਰਸ ਮਨੁੱਖ ਦੇ ਵਿੱਚ ਆਉਂਦੇ ਹੀ ਰਹਿਣਗੇ। ਇਹਦੀ ਵੱਡੀ ਗਿਣਤੀ ਨੂੰ ਖਤਮ ਕਰਦੇ ਰਹਿਣਗੇ। ਜਿੰਨਾ ਚਿਰ ਕੁਦਰਤ ਦੇ ਉਲਟ ਚੱਲਦਾ ਰਹੂ, ਮਨੁੱਖ ਦੇ ਬਰਖਲਾਫ ਕੁਦਰਤ ਆਪਦਾ ਨਿਯਮ ਨਿਭਾਉਂਦੀ ਰਹੂ। ਤੁਸੀਂ ਇੱਕ ਨਿਯਮ, ਪਰਮਾਤਮਾ ਦਾ ਨਿਯਮ ਦੇਖੋ, ਕੁਦਰਤ ਦਾ ਨਿਯਮ ਕੀ ਆ? ਵੀ ਉਹਨੇ ਉੱਚੀ ਚੀਜ਼ ਨੂੰ ਤੋੜਨਾ, ਨੀਵੀਂ ਨੂੰ ਭਰਨਾ। ਟਿੱਬੇ ਤੋਂ ਮਿੱਟੀ ਚੱਕਣੀ ਆ, ਨੀਵੇਂ ਥਾਵੇਂ ਭਰ ਦੇਣੀ ਆ। ਜਿੰਨਾ ਤੁਸੀਂ ਕੁਦਰਤ ਨਾਲ ਟੱਕਰ ਲਾਓਗੇ, ਓਨਾ ਤੁਹਾਨੂੰ ਨਸ਼ਟ ਕਰੋਗੇ। ਕੁਦਰਤ ਦੇ ਨਾਲ ਰਹਿਣਾ ਸਿੱਖਣਾ ਮਨੁੱਖ ਦੀ ਲੋੜ। ਇਸ ਨਾਵਲ ਨੂੰ ਪੜ੍ਹ ਕੇ ਮੈਂ ਸਮਝਦਾ ਵੀ ਬੰਦੇ ਨੂੰ ਸਮਝ ਤਾਂ ਆਉਣੀ ਚਾਹੀਦੀ ਆ ਵੀ ਮੈਂ ਜ਼ਿੰਦਗੀ ਕਿਵੇਂ ਜਿਉਣੀ ਆ। ਕਈ ਬੰਦੇ ਨੇ ਮੈਨੂੰ ਲਿਖਿਆ ਵੀ ਆ, ਕਹਿੰਦੇ ਜੀ ਉਸ ਤੋਂ ਬਾਅਦ ਅਸੀਂ ਆਪਦੀ ਲਾਈਫ ਸਟਾਈਲ ਬਦਲਿਆ, ਵੀ ਸਾਨੂੰ ਮਤਲਬ ਕਈਆਂ ਲੋਕਾਂ ਤਾਂ ਇਹੋ ਜਿਹੇ ਲਿਖੇ ਨੇ, ਉਹ ਕਹਿੰਦੇ ਸਾਡੇ ਕੋਲ ਸ਼ਬਦ ਹੀ ਨਹੀਂ ਵੀ ਅਸੀਂ ਕਿਹੜੀ ਚੀਜ਼ ਦੀ ਤਾਰੀਫ ਕਰੀਏ। ਮੈਂ ਕਿਹਾ ਕੋਈ ਮੈਨੂੰ ਤਾਰੀਫ ਦੀ ਲੋੜ ਨਹੀਂ, ਤੁਸੀਂ ਆਪਦੀ ਲਾਈਫ ਨੂੰ ਸੁਧਾਰੋ। ਅਤੇ ਗੱਜਣ ਮਾਜਰਾ ਸਾਹਿਬ, ਜਿਵੇਂ ਤੁਸੀਂ ਸਾਨੂੰ ਬਿਮਾਰੀਆਂ ਸੰਬੰਧੀ ਹੋਰ ਬੜੀ ਗੱਲਾਂ ਦੱਸੀਆਂ, ਬ੍ਰਹਿਮੰਡ ਦੀ ਗੱਲਾਂ ਦੱਸੀਆਂ, ਤਾਂ ਸਾਨੂੰ ਫਿਰ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੀ ਐਜੂਕੇਸ਼ਨ ਬਾਰੇ ਵੀ ਸਾਨੂੰ ਦੱਸੋ। ਮੈਂ BA ਗੌਰਮੈਂਟ ਕਾਲਜ ਮਲੇਰਕੋਟਲਾ ਤੋਂ ਕੀਤੀ, MA ਮਹਿੰਦਰਾ ਕਾਲਜ ਤੋਂ ਕੀਤੀ,
ਐਮਫਿਲ ਮੈਂ ਪੰਜਾਬੀ ਯੂਨੀਵਰਸਿਟੀ ਤੋਂ, ਮੇਰਾ ਜਿਹੜਾ ਟੌਪਿਕ ਸੀ ਉਹ ਗ੍ਰੀਨ ਰੈਵੋਲੂਸ਼ਨ ਦੇ ਪ੍ਰਭਾਵਾਂ ਤੋਂ ਸੀ। ਅਤੇ ਉਸ ਤੋਂ ਬਾਅਦ ਮੈਂ ਖੇਤੀ ਕੀਤੀ, ਫਿਰ ਅਸੀਂ ਇੱਕ ਸਕੂਲ ਰਨ ਕੀਤਾ, ਫਿਰ 2 ਸਕੂਲ ਬਣ ਗਏ, ਕਾਲਜ ਬਣਾਇਆ। ਲੰਮਾ ਸਮਾਂ ਮੈਂ ਟੀਚਿੰਗ ਕੀਤੀ ਆ ਕਾਲਜ ਦੀ ਹਿਸਟਰੀ ਦੇ ਵਿੱਚ, ਪ੍ਰੋਫੈਸਰ ਦੇ ਤੌਰ 'ਤੇ ਮੈਂ ਬੱਚਿਆਂ ਨੂੰ ਬਹੁਤ ਲੰਮਾ ਛੜਾ ਪੜ੍ਹਾਇਆ। ਯਾਨੀ ਮੈਂ ਦਰਸ਼ਕਾਂ ਨੂੰ ਆਪਣੇ ਵੱਲੋਂ ਇੱਕ ਅੰਤ ਦੇ ਵਿੱਚ ਇੱਕ ਸੁਨੇਹਾ ਵੀ ਦੇਣਾ ਚਾਹੁੰਦਾ ਵੀ ਸਿੰਪਲ ਲਿਵਿੰਗ ਹਾਈ ਥਿੰਕਿੰਗ। ਤੁਸੀਂ ਜਦ ਇਸ ਆਈਡੀਏ 'ਤੇ ਪਹੁੰਚੋਗੇ ਜਾਂ ਤੁਸੀਂ ਇਹਨੂੰ ਫੋਲੋਗੇ, ਤੁਹਾਡਾ ਕਰਤਾ, ਤੁਹਾਡਾ ਫਲ ਕਦੇ ਰੁਕੂ ਨਹੀਂ। ਤੁਸੀਂ ਮਿਹਨਤ ਕਰ ਲਓ, ਤੁਹਾਨੂੰ ਕੀ ਕੀ ਮਿਲਣਾ ਇਹ ਤੁਸੀਂ ਭੁੱਲ ਜਾਓ। ਜਦੋਂ ਤੁਸੀਂ ਕਿਸੇ ਚੀਜ਼ 'ਚ ਲਾਲਚ ਕਰਦੇ ਹੋ, ਉਹਦੇ ਨਾਲ ਤੁਸੀਂ ਸਾਰੇ ਨਿਯਮ ਤੋੜਦੇ ਹੋ। ਜਿਹੜਾ ਤੁਸੀਂ ਬੂਟਾ ਲਾਤਾ, ਜੇ ਬੂਟਾ ਲੱਗ ਗਿਆ, ਬੀਜ ਨਸਲ ਉਹਦੀ ਸਹੀ ਆ, ਪਾਣੀ ਉਹਨੂੰ ਮਿਲ ਗਿਆ, ਉਹਦਾ ਫਲ ਕੌਣ ਰੋਕ ਲੂ। ਮੈਂ ਆਉਣ ਵਾਲੇ ਸਮੇਂ 'ਚ ਪਬਲਿਕ ਨੂੰ, ਲੋਕਾਂ ਨੂੰ ਇਹ ਸੰਦੇਸ਼ ਦੂੰ ਵੀ ਕੁਦਰਤ ਦੇ ਨਾਲ ਰਹਿਣਾ ਸਿੱਖੋ, ਕੁਦਰਤ ਨੂੰ ਅਪਣਾਓ। ਕੁਦਰਤ ਦੇ ਵਿਰੁੱਧ ਜਿਹੜਾ ਤੁਸੀਂ ਜ਼ੁਲਮ ਕਰਨ ਰਹੇ ਹੋ ਜਾਂ ਤੁਹਾਡੇ ਕੋਈ ਸਾਹਮਣੇ ਕਰ ਰਿਹਾ, ਉਸ ਨੂੰ ਰੋਕਣ ਦਾ ਯਤਨ ਕਰੋ। ਉਹਨੂੰ ਤੁਹਾਡੇ ਸਾਰਿਆਂ ਦਾ ਇਹ ਸਾਂਝਾ ਕਾਰਜ ਆ। ਇਹ ਸਨ ਸਾਡੇ ਨਾਲ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ। ਅੱਜ ਅਸੀਂ ਗੱਲ ਕੀਤੀ ਇਹਨਾਂ ਨਾਲ, ਇਹਨਾਂ ਦੇ ਲਿਖੇ ਗਏ ਨਾਵਲ ਸਵਰਗ ਦੀ ਮੌਤ, ਤੇ ਇਹਨਾਂ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਦੱਸਿਆ ਕਿ ਇਨਸਾਨ ਕਿਵੇਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ, ਕੁਦਰਤ ਨਾਲ ਦੂਰ ਹੋ ਰਿਹਾ, ਕੁਦਰਤ ਨਾਲ ਟਕਰਾਅ ਕਰਕੇ ਉਹ ਧਰਤੀ ਲਈ, ਆਪਣੇ ਲਈ ਵਿਨਾਸ਼ ਪੈਦਾ ਕਰ ਰਿਹਾ। ਤੁਹਾਨੂੰ ਆਪਣੀ ਐਜੂਕੇਸ਼ਨ ਬਾਰੇ ਵੀ ਦੱਸਿਆ, ਕਿੰਨੀ ਮਹੱਤਵਪੂਰਨ ਟੌਪਿਕ 'ਤੇ ਇਹਨਾਂ ਨੇ ਰਿਸਰਚ ਕੀਤੀ। ਤਾਂ ਤੁਸੀਂ ਇਹ ਆਪ ਸਮਝਿਓ, ਕਿਉਂਕਿ ਕਰੋਨਾ ਵਾਇਰਸ ਦਾ ਦੌਰ ਰਿਹਾ ਹੈ, ਜਿਹਦੇ ਵਿੱਚ ਤੁਸੀਂ ਆਪ ਦੇਖਿਆ ਹੈ ਇਨਸਾਨ ਲਈ ਕੀ ਕੀ ਜ਼ਰੂਰਤ ਹੈ, ਕੀ ਕੀ ਚੀਜ਼ਾਂ ਲੋੜਦੀਆਂ ਨੇ। ਤਾਂ ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਤੇ। ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।